ਸਤਿ ਸ਼੍ਰੀ ਅਕਾਲ ਜੀ। ਸਾਡਾ ਵਿਰਸਾ, ਸਾਡਾ ਸੱਭਿਆਚਾਰ, ਸਾਡੀ ਮਾਂ ਬੋਲੀ ਪੰਜਾਬੀ। ਹਾਂਜੀ, ਮੈਂ ਲਾਸਟ ਟੂ ਲਾਸਟ ਵਲੌਗ ਦੇ ਵਿੱਚ ਪ੍ਰੋਮਿਸ ਕੀਤਾ ਸੀਗਾ ਕਿ ਮੈਂ ਪੰਜਾਬੀ ਬਾਰੇ ਹੀ ਗੱਲ ਕਰੂੰਗੀ, ਆਪਦੀ ਮਾਂ ਬੋਲੀ ਬਾਰੇ ਗੱਲ ਕਰੂੰਗੀ, ਕਿਉਂਕਿ ਮੈਨੂੰ ਲੱਗਦਾ ਹੈ ਕਿ ਅੱਜ ਕੱਲ੍ਹ ਇਹ ਬਹੁਤ ਜ਼ਰੂਰੀ ਹੈ ਆਪਦੀ ਮਾਤਰ ਭਾਸ਼ਾ, ਆਪਦੀ ਮਾਂ ਬੋਲੀ ਨੂੰ ਪ੍ਰਮੋਟ ਕਰਨਾ ਇਸ ਕਰਕੇ ਤਾਂ ਕਿ ਉਹ ਬਚੀ ਰਹੇ, ਸਾਡਾ ਸੱਭਿਆਚਾਰ, ਸਾਡਾ ਵਿਰਸਾ ਬਚਿਆ ਰਹੇ। ਮੈਂ ਮਤਲਬ ਮੇਰੇ ਜੋ ਵਿਊਜ਼ ਨੇ ਉਹ ਸਿਰਫ ਤੇ ਸਿਰਫ ਮੇਰੇ ਆਪ ਦੇ ਨੇ, ਤੇ ਪਲੀਜ਼ ਕੋਈ ਪਰਸਨਲੀ ਨਾ ਲਵੇ ਇਹਨਾਂ ਨੂੰ। ਮਤਲਬ ਮੈਂ ਇਹ ਕਹਿਣਾ ਚਾਹ ਰਹੀ ਹਾਂ ਕਿ ਬਹੁਤ ਵਧੀਆ ਗੱਲ ਹੈ ਕਿ ਬੱਚੇ ਅੱਜ ਕੱਲ੍ਹ ਹਿੰਦੀ ਜਾਂ ਅੰਗਰੇਜ਼ੀ ਬੋਲਦੇ ਨੇ, ਅੱਛੀ ਚੀਜ਼ ਹੈ। ਲੈਂਗੁਏਜਸ ਬਹੁਤ ਜਿੰਨੀਆਂ ਆਉਂਦੀਆਂ ਹੋਣ ਓਨੀਆਂ ਘੱਟ ਹੁੰਦੀਆਂ ਨੇ, ਗੁਣ ਹੋਣੇ ਚਾਹੀਦੇ ਨੇ। ਬਟ ਐਟ ਦ ਸੇਮ ਟਾਈਮ ਮੈਂ ਇਹ ਪੁੱਛਣਾ ਚਾਹੁੰਦੀ ਹਾਂ ਵੀ ਜਿਵੇਂ ਕਿ ਅੱਜ ਕੱਲ੍ਹ ਬੱਚੇ ਹਿੰਦੀ ਜ਼ਿਆਦਾ ਬੋਲਦੇ ਨੇ ਅਤੇ ਆਪਦੀ ਮਾਂ ਬੋਲੀ ਪੰਜਾਬੀ ਬੱਚੇ ਨਹੀਂ ਬੋਲਦੇ, ਤਾਂ ਇਹ ਐਵੇਂ ਹੋ ਜਾਂਦਾ ਜਿਵੇਂ ਤੁਸੀਂ ਆਪਦੇ ਦੋਸਤਾਂ ਪਿੱਛੇ ਆਪਦੇ ਘਰ ਦੇ ਛੱਡ ਦਿਓ, ਆਪਦੀ ਫੈਮਿਲੀ ਛੱਡ ਦਿਓ, ਆਪਦੀ ਮਾਂ ਬੋਲੀ ਨੂੰ ਛੱਡਣਾ। ਮੇਰੇ ਹਿਸਾਬ ਨਾਲ ਮਤਲਬ ਇੱਕ ਚੰਗੀ ਜ਼ਿੰਦਗੀ ਵਾਸਤੇ ਤਾਂ ਦੋਨੋਂ ਹੀ ਇੰਪੋਰਟੈਂਟ ਨੇ, ਘਰ ਦੇ ਵੀ ਇੰਪੋਰਟੈਂਟ ਨੇ, ਦੋਸਤ ਯਾਰ ਵੀ ਇੰਪੋਰਟੈਂਟ ਨੇ, ਉਸੇ ਤਰ੍ਹਾਂ ਮਾਂ ਬੋਲੀ ਵੀ ਇੰਪੋਰਟੈਂਟ ਹੈ, ਨੈਸ਼ਨਲ ਲੈਂਗੁਏਜ ਵੀ ਇੰਪੋਰਟੈਂਟ ਹੈ ਅਤੇ ਇੰਟਰਨੈਸ਼ਨਲ ਲੈਂਗੁਏਜ ਵੀ ਇੰਪੋਰਟੈਂਟ ਹੈ। ਤਾਂ ਇੱਕ ਆਪਸੀ ਤਾਲਮੇਲ ਜ਼ਰੂਰੀ ਹੈ। ਇਹ ਥੋੜ੍ਹਾ ਆਪਦੀ ਮਾਂ ਬੋਲੀ 'ਤੇ ਕਮਾਂਡ ਹੋਣਾ ਮੇਰੇ ਹਿਸਾਬ ਨਾਲ ਬਹੁਤ ਜ਼ਰੂਰੀ ਹੈ। ਸਾਡੀ ਗੁਰੂਆਂ ਦੀ ਧਰਤੀ, ਸਾਡਾ ਪੰਜਾਬ, ਸਾਨੂੰ ਆਪਦੇ ਬੱਚਿਆਂ ਨੂੰ ਜਾਂ ਆਪਦੀ ਜਨਰੇਸ਼ਨ ਨੂੰ ਜਿਨ੍ਹਾਂ 'ਚੋਂ ਨਹੀਂ ਪਤਾ ਹੈਗਾ ਉਹਨਾਂ ਨੂੰ ਇਹ ਦੱਸਣਾ ਬਹੁਤ ਜ਼ਰੂਰੀ ਹੈ ਕਿ ਪੰਜਾਬ ਦਾ ਮਤਲਬ ਹੀ ਪੰਜ ਆਬ, ਮਤਲਬ ਪੰਜ ਪਾਣੀ, ਪੰਜ ਪਾਣੀਆਂ ਤੋਂ ਬਣੀ ਇਹ ਧਰਤੀ ਪੰਜਾਬ। ਇੱਥੇ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਐਨੈਕਡੋਟ ਦੱਸੂਗੀ ਕਿ ਜੋ ਮੇਰੇ ਨਾਲ ਮੇਰੀ ਪਰਸਨਲ ਜ਼ਿੰਦਗੀ 'ਚ ਹੋਇਆ। ਮੈਂ ਇੱਕ ਵਾਰ ਕਿਤੇ ਬਾਹਰ ਫੋਰਨ ਟ੍ਰਿਪ 'ਤੇ ਗਈ ਹੋਈ ਸੀਗੀ ਆਪਦੀ ਫੈਮਿਲੀ ਨਾਲ, ਅਤੇ ਬੋਲੀ ਰਿਲੇਟਡ ਹੈ, ਜਾਣ ਕੇ ਦੱਸ ਰਹੀ ਹਾਂ ਤਾਂ ਕਿ ਪਤਾ ਲੱਗਦਾ ਹੈ ਕਿ ਤੁਸੀਂ ਕਿੱਥੋਂ ਦੇ ਹੋ, ਤੁਹਾਡੇ ਰੂਟਸ ਦਾ ਪਤਾ ਲੱਗਦਾ ਤੁਹਾਡੀ ਬੋਲੀ ਤੋਂ। ਤਾਂ ਐਂ ਹੀ ਨਾ ਹੋਟਲ ਦੀ ਲੌਬੀ ਦੇ ਵਿੱਚ ਮੇਰੇ ਭਤੀਜਾ ਭਤੀਜੀ ਭੱਜੇ ਫਿਰ ਰਹੇ ਸੀਗੇ ਅਤੇ ਮੈਂ ਪਿੱਛੇ ਸੀਗੀ, ਅਤੇ ਮੈਂ ਉੱਚੀ ਉੱਚੀ ਪੰਜਾਬੀ ਦੇ ਵਿੱਚ ਬੋਲ ਰਹੀ ਸੀਗੀ ਉਹਨਾਂ ਨੂੰ, ਮਤਲਬ ਆਈ ਵਾਜ਼ ਗਾਈਡਿੰਗ ਦੈਮ ਕਿ ਤੁਸੀਂ ਕੀ ਕਰ ਰਹੇ ਹੋ, ਇਹ ਫਲਾਨਾ ਤੇ ਤਾਂ ਪਿੱਛੋਂ ਮੈਨੂੰ ਇੱਕ ਆਵਾਜ਼ ਪਈ, ਮੇਰੇ ਮੁਲਕ ਤੋਂ ਆਏ ਲੱਗਦੇ ਹੋ। ਮੈਂ ਪਿੱਛੇ ਮੁੜ ਕੇ ਦੇਖਿਆ, ਮੈਂ ਦੇਖਿਆ ਇੱਕ ਥੋੜ੍ਹੇ ਜਿਹੇ ਵੱਡੀ ਉਮਰ ਦੇ ਅੰਕਲ ਸੀਗੇ, ਕੋਈ ਹੋਣੇ ਹੈ 50-60 ਦੇ ਵਿਚਾਲੇ, ਅਤੇ ਮੈਂ ਪਿੱਛੇ ਮੁੜ ਕੇ ਦੇਖਿਆ। ਮੈਂ ਕਿਹਾ ਜੀ ਮੈਂ ਸਮਝੀ ਨਹੀਂ। ਕਹਿੰਦਾ ਕਿੱਥੋਂ ਆਏ ਹੋ? ਮੈਂ ਕਿਹਾ ਜੀ ਇੰਡੀਆ ਤੋਂ। ਕਹਿੰਦਾ ਮੈਂ ਪਾਕਿਸਤਾਨ ਤੋਂ ਹਾਂ, ਮੁਲਤਾਨ ਤੋਂ। ਮੈਨੂੰ ਲੱਗਿਆ ਤੁਸੀਂ ਮੇਰੇ ਮੁਲਕ ਦੀ ਬੋਲੀ ਬੋਲ ਰਹੇ ਹੋ ਤਾਂ ਤੁਸੀਂ ਵੀ ਉੱਥੋਂ ਦੇ ਹੋਵੋਗੇ। ਸਾਰੇ ਆਪਣੇ ਭੈਣ ਭਰਾਵਾਂ ਨੂੰ, ਸਭ ਨੂੰ ਜਿਨ੍ਹਾਂ ਨੂੰ ਥੋੜ੍ਹੀ ਬਹੁਤ ਹਿਸਟਰੀ ਆਉਂਦੀ, ਉਹਨਾਂ ਨੂੰ ਪਤਾ ਹੀ ਹੈ ਕਿ ਜਦੋਂ ਇੰਡੀਆ ਡਿਵਾਈਡ ਹੋਇਆ ਸੀਗਾ, ਉਦੋਂ ਕਹਿਣ ਨੂੰ ਇੰਡੀਆ ਡਿਵਾਈਡ ਹੋਇਆ ਸੀ, ਡਿਵਾਈਡ ਸਿਰਫ ਪੰਜਾਬ ਹੋਇਆ ਸੀ। ਅਤੇ ਉਹਨਾਂ ਨੇ ਮੈਨੂੰ ਜਦੋਂ ਇਸ ਤਰ੍ਹਾਂ ਬੁਲਾ ਕੇ ਪੁੱਛਿਆ, ਕਹਿੰਦੇ ਤੁਸੀਂ ਵੀ ਇੰਨੀ ਸੋਹਣੀ ਪੰਜਾਬੀ ਬੋਲ ਰਹੇ ਹੋ, ਮੈਨੂੰ ਮੇਰੇ ਮੁਲਕ ਦੇ ਲੱਗੇ। ਮਤਲਬ ਬੋਲੀ ਨੂੰ ਲੈ ਕੇ ਇੱਕ ਆਪਣਤ ਦੀ ਗੱਲ ਹੈ ਵੀ ਤੁਹਾਡੀ ਬੋਲੀ ਕਿਵੇਂ ਤੁਹਾਨੂੰ ਮਤਲਬ ਇੱਕ ਸਟੈਂਡ ਆਊਟ ਕਰਾਉਂਦੀ ਹੈ ਲੋਕਾਂ ਦੇ ਵਿੱਚ, ਮਤਲਬ ਹਾਊ ਗੁੱਡ ਯੂ ਫੀਲ ਕਿ ਜਦੋਂ ਤੁਹਾਨੂੰ ਤੁਹਾਡੀ ਬੋਲੀ ਤੋਂ ਕੋਈ ਬਾਹਰ ਰੈਕਗਨਾਈਜ਼ ਕਰਦਾ ਕਿ ਤੁਸੀਂ ਪੰਜਾਬੀ ਹੋ। ਜੇ ਉਹੀ ਮੈਂ ਹਿੰਦੀ ਬੋਲ ਰਹੀ ਹੁੰਦੀ, ਕੁਝ ਕਰਦੀ ਹੁੰਦੀ, ਮੈਨੂੰ ਲੱਗਦਾ ਵੀ ਉਹ ਠੀਕ ਹੈ, ਉਹਨੂੰ ਲੱਗਣਾ ਹੀ ਸੀਗਾ ਵੀ ਹਾਂ ਠੀਕ ਹੈ, ਇੰਡੀਆ ਦੇ ਕਿਸੇ ਕੋਨੇ ਤੋਂ ਹੋਣੇ ਆ। ਐ ਸਪੈਸੀਫਾਈ ਨਹੀਂ ਨਾ ਕੋਈ ਕਰ ਪਾਉਂਦਾ ਹੈਗਾ, ਆਪਣੀਆਂ ਇੰਨੀਆਂ ਸਟੇਟਸ ਨੇ ਕਿ ਆਪਾਂ ਕਿੱਥੋਂ ਦੇ ਹੋ ਸਕਦੇ ਹਾਂ। ਅਤੇ ਉਸ ਕਰਕੇ ਮਤਲਬ ਮੈਂ ਇਹ ਸਪੈਸ਼ਲ ਵਲੌਗ ਬਣਾ ਰਹੀ ਹਾਂ, ਕੋਈ ਲੁਪਤ ਹੁੰਦੇ ਜਿਹੜੇ ਆਪਣੇ ਪੰਜਾਬੀ ਦੇ ਵਰਡਸ ਨੇ, ਅਤੇ ਮੈਂ ਸਪੈਸ਼ਲ ਉਹਨਾਂ 'ਤੇ ਕੰਮ ਕੀਤਾ। ਮਤਲਬ ਜਿਵੇਂ ਹੁਣ ਹੋ ਗਿਆ ਸੇਲੀਆਂ, ਪਿਫਣਾ, ਗੱਲਾਂ। ਸੇਲੀਆਂ ਆਈਬ੍ਰੋਜ਼, ਪਿਫਣਾ ਆਈਲੈਸ਼ਿਸ, ਗੱਲਾਂ। ਜੇ ਹੁਣ ਆਪਾਂ ਕਿਸੇ ਨੂੰ ਗੱਲਾਂ ਕਹਾਂਗੇ, ਉਹ ਬੰਦਾ ਕੀ ਸੋਚੂਗਾ ਨਾ, ਇਹ ਗੱਲਾਂ ਬਾਰੇ ਗੱਲ ਕਰ ਰਹੇ ਨੇ, ਮਤਲਬ ਲਾਈਕ ਟਾਕਿੰਗ, ਲਾਈਕ ਐਜ਼ ਇਨ ਵੀ ਆਰ ਟਾਕਿੰਗ। ਤਾਂ ਉਹ ਉਸ ਤਰ੍ਹਾਂ ਲੱਗਦਾ। ਮਤਲਬ ਇੰਨੀ ਬਿਊਟੀਫੁਲ ਲੈਂਗੁਏਜ ਹੈ ਆਪਣੀ, ਕਈ ਤਾਂ ਆਪਣੇ ਕਈ ਵਰਡਸ ਵਿੱਚੋਂ ਆਪਾਂ ਕਈ ਅਲੱਗ-ਅਲੱਗ ਮੀਨਿੰਗਸ ਨਿਕਲ ਆਉਂਦੇ ਨੇ, ਜੋ ਕਿ ਮਤਲਬ ਬੰਦਾ ਇੱਕ ਹੀ ਸਮਝ ਲੇ ਬਹੁਤ ਹੈ ਯਾਰ ਅੱਜ ਦੀ ਡੇਟ ਦੇ ਵਿੱਚ। ਅਤੇ ਪੈਂਗਾ, ਟੀਰਾ, ਪੈਂਗਾ, ਸੜਿਆ, ਮੱਚਿਆ, ਮਤਲਬ ਜੇ ਬੋਲੀ ਨਹੀਂ ਆਊਗਾ ਨਾ ਤਾਂ ਫਿਰ ਉਹ ਮਤਲਬ ਲੈਂਗੁਏਜ 'ਤੇ ਕਮਾਂਡ ਨਹੀਂ ਹੋਊਗਾ ਨਾ, ਫਿਰ ਉਹ ਲਹਿਜ਼ੇ ਦੇ ਵਿੱਚ ਉਹ ਮਜ਼ੇਦਾਰ ਜਿਹਾ ਨਹੀਂ ਮਤਲਬ ਫਿਰ ਲੱਗਦਾ ਹੈਗਾ ਗੱਲ ਕਰਨ ਦੇ ਵਿੱਚ।
ਦੋਤੇ ਪੋਤੇ, ਜਿਵੇਂ ਅੱਜ ਕੱਲ੍ਹ ਲੋਕ ਬੋਲਦੇ ਨੇ ਸ਼ੌਂਕ, ਸ਼ੌਂਕੀ ਜੱਟ। ਸ਼ੌਂਕ ਨਹੀਂ ਹੁੰਦਾ ਇਹ, ਕਦੇ ਵੀ ਵਰਡ ਸ਼ੌਂਕ ਨਹੀਂ ਸੀ, ਇਹ ਹਮੇਸ਼ਾ ਸ਼ੌਕ ਸੀ। ਬੱਚੇ ਜ਼ਿਆਦਾ ਪੜ੍ਹ ਲਿਖ ਗਏ, ਉਹਨਾਂ ਨੂੰ ਲੱਗਣ ਲੱਗ ਗਿਆ ਇੰਗਲਿਸ਼ ਵਾਲਾ ਸ਼ੌਕ ਨਾ ਹੋਵੇ। ਇੰਗਲਿਸ਼ ਵਾਲਾ ਸ਼ੌਕ ਨਹੀਂ ਹੈ, ਸ਼ੌਕ ਪੰਜਾਬੀ ਦੇ ਵਿੱਚ, ਅੰਗਰੇਜ਼ੀ ਦੇ ਵਿੱਚ ਸ਼ੌਕ ਹੋਰ ਹੁੰਦਾ, ਪੰਜਾਬੀ ਦੇ ਸ਼ੌਕ ਹੋਰ ਹੁੰਦੇ ਨੇ, ਤੇ ਪੰਜਾਬੀ ਦੇ ਵਿੱਚ ਵੀ ਸ਼ੌਕ ਹੀ ਹੈ। ਆੜੀ, ਮੇਰੀ ਤੇਰੇ ਨਾਲ ਆੜੀ ਹੈ, ਕੌਣ ਬੋਲਦਾ ਅੱਜ ਕੱਲ੍ਹ? ਦੋਸਤੀ ਇੱਕ ਵਰਡ ਬਣ ਕੇ ਰਹਿ ਗਿਆ, ਫਰੈਂਡਸ਼ਿਪ ਇੱਕ ਵਰਡ ਬਣ ਕੇ ਰਹਿ ਗਿਆ, ਕੋਈ ਨਹੀਂ ਬੋਲਦਾ ਇਹਨਾਂ ਵਰਡਸ ਨੂੰ, ਹੈ ਨਾ। ਤਾਂ ਮਤਲਬ ਇਸ ਕਰਕੇ ਮੈਂ ਥੋੜੇ ਜਿਹੇ ਵਰਡਸ ਤਿਆਰ ਕੀਤੇ। ਪਿੰਜਨੀਆਂ, ਲੱਤਾਂ, ਸਰਾਣਾ, ਮੰਜਾ, ਤੌਲੀਆ, ਗੁਸਲਖਾਨਾ। ਗੁਸਲਖਾਨਾ ਦੱਸੋ ਕੀ ਹੁੰਦਾ? ਕੋਈ ਮੈਨੂੰ ਦੱਸੇ ਗੁਸਲਖਾਨਾ ਕੀ ਹੁੰਦਾ। ਮੈਂ ਚਾਹੁੰਦੀ ਹਾਂ ਕਿ ਤੁਸੀਂ ਨਾ ਮੇਰੇ ਥੱਲੇ ਵਲੌਗ ਦੇ ਵਿੱਚ ਨਾ ਕਮੈਂਟ ਸੈਕਸ਼ਨ 'ਚ ਕਮੈਂਟ ਕਰੋ, ਜੋ ਸਮਝ ਆਇਆ ਉਹ ਵੀ, ਜੋ ਨਹੀਂ ਸਮਝ ਆਇਆ ਉਹ ਵੀ, ਮੈਂ ਉਹਦਾ ਵੀ ਜਵਾਬ ਦਊਂਗੀ। ਰਸੋਈ, ਮਤਲਬ ਠੀਕ ਹੈ ਮੇਰੀ ਜਨਰੇਸ਼ਨ ਦੇ ਕਈ ਲੋਕਾਂ ਨੂੰ ਕਾਫੀ ਕੁਝ ਪਤਾ ਹੋ ਸਕਦਾ ਤੇ ਕਈਆਂ ਨੂੰ ਨਹੀਂ ਪਤਾ ਹੋਏਗਾ, ਬਟ ਅਗਲੀ ਜਨਰੇਸ਼ਨ ਨੂੰ ਤਾਂ ਬਿਲਕੁਲ ਹੀ ਨਹੀਂ ਪਤਾ ਨਾ। ਕੌਲ ਡੋਡੇ, ਜਿਵੇਂ ਆਪਾਂ ਬੋਲਦੇ ਹਾਂ ਪੰਜਾਬੀ 'ਚ ਅੱਖਾਂ ਹੈ ਕਿ ਕੌਲ ਡੋਡੇ ਹੈ ਨਾ। ਚਰਖਾ, ਚਰਖਾ ਕੱਤ ਦੀਆਂ ਸੁਆਣੀਆਂ, ਕਿਹਨੂੰ ਪਤਾ ਹੋਣਾ ਇਹਨਾਂ ਗੱਲਾਂ ਦਾ। ਐਨਕ, ਮਧਾਣੀ, ਮੁੰਦਰੀ, ਛੱਲਾ, ਬਾਲੀਆਂ, ਕਾਂਟੇ, ਮਤਲਬ ਈਅਰਿੰਗਸ ਬਣ ਕੇ ਰਹਿ ਗਏ ਨੇ ਯਾਰ। ਕੋਕਾ, ਕੋਕਾ ਮੈਂ ਜਾਣ ਕੇ ਵੱਡਾ ਪਾਇਆ ਤਾਂ ਕਿ ਮੈਂ ਦੱਸ ਸਕਾਂ। ਲੌਂਗ, ਲੌਂਗ ਇਸ ਤੋਂ ਵੀ ਵੱਡਾ ਹੁੰਦਾ। ਨੱਥ, ਮਤਲਬ ਅੱਜ ਕੱਲ੍ਹ ਤਾਂ ਹਰੇਕ ਚੀਜ਼ ਨੋਜ਼ ਰਿੰਗ ਹੈ ਜਾਂ ਨੋਜ਼ ਪਿਨ ਹੈ ਨਾ। ਮਤਲਬ ਕਿਹਨੂੰ ਪਤਾ ਵੀ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ। ਝਾਂਜਰਾਂ, ਐਂਕਲੇਟਸ ਬਣ ਕੇ ਰਹਿ ਗਈਆਂ ਨੇ, ਹੈ ਨਾ। ਜਬਲੀਆਂ, ਝੁਲਸਣਾ, ਡੱਫਣਾ। ਮੈਨੂੰ ਪਲੀਜ਼ ਕਮੈਂਟ ਜ਼ਰੂਰ ਕਰਿਓ, ਮੈਂ ਕਈ ਲਫ਼ਜ਼ ਵਿੱਚੋਂ ਦੱਸ ਰਹੀ ਹਾਂ ਤੇ ਕਈ ਲਫ਼ਜ਼ ਮੈਂ ਵਿੱਚੋਂ ਨਹੀਂ ਦੱਸ ਰਹੀ। ਲੁਤਰੋ, ਕਰਦ, ਹੈ ਨਾ। ਗਾਂ, ਮੱਝ, ਕੱਟਾ, ਬੱਚਾ, ਬਲਦ, ਢੱਠਾ। ਡਿਫਰੈਂਸ ਦੱਸੋ ਕੀ ਹੈ ਬਲਦ ਤੇ ਢੱਠੇ 'ਚ? ਕਟਰੂ, ਬਛਰੂ, ਪੱਖੀ, ਹੈ ਨਾ। ਬਥੇਰਾ, ਬਥੇਰਾ ਹੋ ਗਿਆ, ਆਪਾਂ ਐ ਕਹਿ ਦਿੰਦੇ ਹਾਂ, ਹੈ ਨਾ। ਬੁੱਥੀ। ਖੱਟੇ ਮਿੱਠੇ ਲਫ਼ਜ਼ ਲੁਫਤ ਹੁੰਦੇ ਜਾ ਰਹੇ ਨੇ ਯਾਰ, ਖੱਟੇ ਮਿੱਠੇ ਲਫ਼ਜ਼ ਲਾਈਕ ਦਫਾ ਹੋ, ਹੈ ਨਾ। ਦੁਰਫਟੇ ਮੂੰਹ, ਮਤਲਬ ਇਹ ਜਿਹਾ ਕੁਝ ਕਿੱਥੇ ਬਚਿਆ ਹੈ? ਕੌਣ ਬੋਲਦਾ ਅੱਜ ਕੱਲ੍ਹ? ਕੋਈ ਨਹੀਂ ਬੋਲਦਾ। ਪਰੇ ਮਰ, ਪਰੇ ਮਰ ਤਾਂ ਸ਼ਾਇਦ ਕੋਈ ਪਤਾ ਹੋਵੇ। ਬਾਕੀ ਦਾਦਕੇ ਨਾਨਕੇ ਕੀ ਨੇ ਰਿਸ਼ਤਿਆਂ ਦੇ ਵਿੱਚ, ਹੈ ਨਾ। ਕੁੜਮ, ਸ਼ਰੀਕੇ, ਪੇਕੇ, ਸਹੁਰੇ, ਸੁਰਮਾ, ਦੰਦਾਸਾ, ਮਰਾਸੀ। ਤੇ ਜਿਹੜੇ ਮੈਂ ਵਰਡਸ ਬੋਲ ਰਹੀ ਹਾਂ ਨਾ, ਕਾਫੀ ਸਿੰਪਲ ਵਰਡਸ ਨੇ, ਬਹੁਤ ਜ਼ਿਆਦਾ ਮਤਲਬ ਇਹ ਨਹੀਂ ਹੈਗਾ ਕਿ ਜਿਹੜੇ ਸਾਡੇ ਪੇਰੈਂਟਸ ਦੀ ਜਨਰੇਸ਼ਨ ਉਹਨਾਂ ਨੂੰ ਤਾਂ ਸਾਰਾ ਹੀ ਪਤਾ ਹੈ ਖੈਰ, ਬਟ ਇੰਨੇ ਔਖੇ ਨਹੀਂ ਹੈਗੇ। ਪਰ ਅੱਜ ਕੱਲ੍ਹ ਦੇ ਬੱਚਿਆਂ ਨੂੰ ਨਹੀਂ ਪਤਾ। ਟੋਬਾ, ਖੂਹ, ਤਲਾਬ, ਦੱਸੋ ਡਿਫਰੈਂਸ, ਹੈ ਨਾ। ਮਤਲਬ ਜੇ ਤੁਸੀਂ ਮੈਨੂੰ ਕਹੋਗੇ ਤਾਂ ਮੈਂ ਨੈਕਸਟ ਬਲੌਗ ਸਾਰਾ ਇਹਦੇ ਵਿਦ ਮੀਨਿੰਗਸ ਬਣਾਉਂਗੀ ਤਾਂ ਕਿ ਤੁਸੀਂ ਅੱਗੇ ਦੱਸ ਸਕੋ। ਕੁਸ਼ਤੀਬਾਜੀ, ਅਖਾੜਾ, ਕਿਹਨੂੰ ਪਤਾ ਦੱਸੋ। ਹਸਾਉਣੀ, ਸਾਖੀ, ਬਾਤਾਂ, ਬੁਝਾਰਤਾਂ, ਕੀ ਪਤਾ ਹੈ? ਜੇ ਆਪਾਂ ਦੱਸਾਂਗੇ ਤਾਂ ਹੀ ਪਤਾ ਲੱਗੂਗਾ ਨਾ। ਆਪਾਂ ਤਾਂ ਉਹ ਇੱਕ ਸਿੰਪਲ ਜ਼ਿੰਦਗੀ 'ਚ ਹੀ ਰਹਿ ਗਏ ਕਿ ਚੱਲ ਠੀਕ ਹੈ, ਜਿਵੇਂ ਬੋਲਦੇ ਨੇ, ਜੋ ਕਰਦੇ ਨੇ, ਠੀਕ ਹੈ। ਬੋਲੀ ਬਹੁਤ ਇੰਪੋਰਟੈਂਟ ਹੈ ਜੀ, ਬੋਲੀ ਬਹੁਤ ਇੰਪੋਰਟੈਂਟ ਹੈ। ਮੂਨੇਰਾ, ਪ੍ਰਭਾਤ, ਜਿੰਦਾ, ਪੀੜੀ, ਮੰਜੀ, ਮੂੜਾ, ਦੱਸੋ ਕਿਹਨੂੰ ਕਿਹਨੂੰ ਪਤਾ। ਪਲੰਗ, ਚੂਰੀ, ਘੜਾ, ਰੁੱਗ, ਪੰਡ, ਛੜਾ, ਦੁਹਾਜੂ। ਮੈਂ ਕਹਿੰਦੀ ਹਾਂ ਪਿੰਡਾਂ ਦੇ ਬੱਚਿਆਂ ਨੂੰ ਵੀ ਅੱਜ ਕੱਲ੍ਹ ਪਤਾ ਹੋਵੇ ਨਾ ਤਾਂ ਵੀ ਠੀਕ ਹੈ, ਬਟ ਪਤਾ ਹੋਣਾ ਫਿਰ ਵੀ ਇੰਪੋਰਟੈਂਟ ਹੈ। ਟੱਪੇ, ਸਿੱਠਣੀਆਂ, ਘੋੜੀਆਂ, ਸੁਹਾਗ, ਇਹ ਫੋਕਲੋਰਸ ਨੇ ਜਿਨ੍ਹਾਂ ਦੀ ਮੈਂ ਗੱਲ ਕਰ ਰਹੀ ਹਾਂ, ਪਰ ਡਿਫਰੈਂਸ਼ੀਏਟਡ ਫੋਕਲੋਰਸ ਨੇ। ਚੁੰਨੀ, ਦੁਪੱਟਾ,
है ना। दहाड़, अणक, नखरा, बड़क, किलकारी, चीख, है ना। ओक, बुक, बुक जे आप कहांगे ना बच्चों बुक कहांगे अजदियां वो कहणगे आ वाली बुक जिहड़ी पढ़ी दी है बुक, है ना। परसों, डे आफ्टर टुमारो, खद्दर, मलमल। खादी बहुत प्रमोट हो रही है अजकल, तो मैं सोचा ਉਹਦੇ ਨਾਲ पता होना चाहिए बाकी ਜਿਹੜੀ चीज़ों की मैं गल कर रही ਹਾਂ। मुहावरे ਉਹ पता होगी, वो क्योंकि स्कूल ਦੇ ਵਿੱਚ ਪੜ੍ਹਾਉਂਦੇ ਨੇ शायद पंजाबी जिन्हां कोल होएगी एज सबजैक्ट उन्हां बच्चों ਨੂੰ थोड़ा बहुत पता होएगा मुहावरे, अदरवाइज नहीं पता होएगा। लोई, खेसी, कंबल, ब्लैंकेट बन के रह गई हर एक चीज़, है ना। पाजी, जनाब, बीही, डंडी, गली, कच्चा राह। ये बहुत औखे वर्ड्स नहीं हैगे, ये नॉर्मल बोलचाल की भाषा है। मतलब नॉर्मल बोलचाल की भाषा दे विच भी मैनूं लगदा है भी मैं बहुत मिस कर गई होंगी, इस करके मिस कर गई होंगी क्योंकि मेरी नॉर्मल बोलचाल की भाषा हैगी है, तो मैं आपदी भाषा ते उवें तवज्जो नहीं दित्ती होनी। इन्हां विचों कई चीज़ां तां मैनूं इस करके लिखणियां पईयां ते बहुत याद करके लिखणियां पईयां क्योंकि मैं तां बोलदी हां, मैं किसी नूं बोलदे सुणदी नहीं। ਤਾਂ ਪਲੀਜ਼ ਮੇਰੀ ਇੱਕ ਵਾਰ ਦੁਬਾਰਾ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਆਪਣੀ ਮਾਂ ਬੋਲੀ ਕੰਨੀ ਤਵੱਜੋ ਪਲੀਜ਼ ਜ਼ਰੂਰ ਦਿਓ, ਨਹੀਂ ਤਾਂ ਐਂ ਟੁੱਟੇ ਫੁੱਟੇ ਪੰਜਾਬੀ ਗਾਣਿਆਂ 'ਚ ਮੁੱਕ ਜਾਣੀ ਹੈ, ਨਾ ਕਿਸ ਦਾ ਸਿਰ ਰਹਿਣਾ ਨਾ ਪੈਰ। ਪਲੀਜ਼ ਪ੍ਰੀਜ਼ਰਵ ਕਰੋ ਆਪਣਾ ਟ੍ਰੈਡੀਸ਼ਨ, ਆਪਣਾ ਕਲਚਰ। ਆਪਾਂ ਖੁਦ ਪ੍ਰੀਜ਼ਰਵ ਨਹੀਂ ਕਰਾਂਗੇ, ਕੌਣ ਕਰੇਗਾ। ਧੰਨਵਾਦ।